इन्हां दा हुक्का पानी बंद कर देंगे। ਹੁਣ ਮਸਲਾ ਕੱਲਾ ਜ਼ਮੀਨਾਂ ਦਾ ਨਹੀਂ ਰਹਿ ਗਿਆ, ਇਹ ਸਾਡੀ ਹੋਂਦ ਉੱਪਰ ਵੀ ਆ ਗਿਆ। ਜੇ ਸਾਡੀ ਹੋਂਦ ਹੀ ਨਾ ਰਹੀ ਤੇ ਅਸੀਂ ਜ਼ਮੀਨਾਂ ਨੂੰ ਰੱਖ ਕੇ ਵੀ ਕੀ ਕਰਾਂਗੇ। केंद्र सरकार कह रही सी पहला पटड़ियां खाली कर दो, पटड़ियां खाली कीतियां, स्टेशनों ते आ गए, हुण स्टेशन खाली करवाते बाहर पार्कां दे आ गए। हाले भी केंद्र सरकार ट्रेनां चलाउण नूं तैयार नहीं है, कहंदे जिहड़े हैगे धरने बाहर लेके जाओ। की लगदा किसानां दा जिहड़ा हैगा सबर परखिया जा रहा? ਇਹ ਜਿਹੜਾ ਸਰਕਾਰ ਜਲੀਲ ਕਰ ਰਹੀ ਹੈ ਨਾ ਤੁਹਾਨੂੰ, ਇਸ ਜਲਾਲਤ ਨੂੰ ਆਪਣਾ ਹਥਿਆਰ ਬਣਾਓ ਕਿ ਉਹਨਾਂ ਨੇ ਤੇ ਬਹੁਤ ਸੋਲੇ ਗਾਏ, ਬੜੀਆਂ ਵਡਿਆਈਆਂ ਕੀਤੀਆਂ। ਜਦੋਂ ਕਿਸਾਨਾਂ ਨੇ ਲਿਆ ਕੇ ਡੰਡਾ ਧੌਣ ਤੇ ਧਰਿਆ ਤੇ ਉਦੋਂ ਫਿਰ ਉਹਨਾਂ ਨੇ ਯੂ ਟਰਨ ਜਿਹੜਾ ਮਾਰਿਆ। ਅਸੀਂ ਕਹਿੰਦੇ ਆ ਸਰਕਾਰਾਂ ਮਾੜੀਆਂ ਨਹੀਂ, ਸਰਕਾਰਾਂ ਨਹੀਂ ਮਾੜੀਆਂ, ਅਸੀਂ ਮਾੜੇ ਆ, ਕਿਉਂਕਿ ਅਸੀਂ ਤਾਂ ਸਰਕਾਰਾਂ ਨੂੰ ਚੁਣਦੇ ਆ। ਵੀ ਹੌਲੀ ਸਾਡੇ ਪੰਜਾਬ ਦੇ ਭਾਈਚਾਰੇ ਨੂੰ, ਪੰਜਾਬੀ ਨੂੰ ਖਾਸ ਕਰਕੇ ਇਹ ਰੂਪ ਦਿਖਾ ਦਿੱਤਾ ਗਿਆ ਵੀ ਪੰਜਾਬੀ ਜਿਹੜਾ ਉਹਦਾ ਰੂਪ ਹੀ ਸ਼ਰਾਬ ਹੈ। ਵੀ ਜੇ ਉਹਦੇ ਹੱਥ 'ਚ ਪੱਗ ਵਾਲੇ ਦੇ ਹੱਥ 'ਚ ਸ਼ਰਾਬ ਦੀ ਬੋਤਲ ਨਾ ਹੋਵੇ ਤੇ ਉਹ ਪੰਜਾਬੀ ਨਹੀਂ ਹੈ। ਇਹ ਗਿਣੀ ਮਿੱਤੀ ਸਾਜ਼ਿਸ਼ ਸੀਗੀ, ਕਿਉਂਕਿ ਨਾ ਅਸੀਂ ਟੈਂਕਾਂ ਨਾਲ ਮਰੇ, ਨਾ ਤੋਪਾਂ ਨਾਲ ਮਰੇ, ਬੜੇ ਤਰੀਕੇ ਕਰਕੇ ਵਰਤਲੇ। 47 ਵਿੱਚ 84 ਵਿੱਚ ਲੱਖਾਂ ਦੀ ਗਿਣਤੀ ਘੱਲੂ ਕਰਕੇ ਵੇਖ ਲਏ, ਅਸੀਂ ਨਹੀਂ ਮਰੇ। ਸੋ ਇਸ ਕਰਕੇ ਉਹਨਾਂ ਨੇ ਕਿਹਾ ਵੀ ਇਹਨਾਂ ਨੂੰ ਜੇ ਉਸ ਤਰੀਕੇ ਨਾਲ ਮਾਰਾਂਗੇ ਤਾਂ ਲੜਨ ਨੂੰ ਅੱਗੇ ਆਉਂਦੇ ਨੇ। ਪਰ ਹੁਣ ਜਿਹੜਾ ਸਟੈਪ ਸਰਕਾਰ ਨੇ ਚੁੱਕਿਆ, ਉੱਥੋਂ ਇਹ ਗੱਲ ਕਲੀਅਰ ਹੋ ਚੁੱਕੀ ਹੈ ਵੀ ਪੰਜਾਬ ਦਾ ਨੌਜਵਾਨ ਅਜੇ ਵੀ ਜਿਉਂਦਾ ਹੈ, ਪੰਜਾਬ ਦੀ ਜਵਾਨੀ ਜਿਹੜੀ ਅਜੇ ਵੀ ਜਿਉਂਦੀ ਹੈ। ਮੋਦੀ ਟ੍ਰੇਨਾਂ ਰੋਕ ਰਿਹਾ, ਤੁਸੀਂ ਪਾਣੀ ਰੋਕ ਦਿਓ। ਜਿੱਦਣ 2 ਦਿਨ ਪਾਣੀ ਰੁਕ ਗਿਆ ਤੇ ਦਿੱਲੀ ਨਾਰ ਹੁੰਦੀ ਇੱਥੇ ਆਈ ਤੇ ਤਾਂ ਕਹਿ ਦਿਓ। केंद्र वालों लागू किए खेती कानूनों नूं लैके किसान लगातार धरने ते बैठे हुए ने ते शहरी लोगों नूं जागरूक करन दे लई वड्डे वड्डे धरने किए जा रहे हैं। अज फगवाड़ा दे विच शहरी लोगों नूं इस बिल्लां दे प्रति जिहड़ा हैगा जागरूक करन दे लई धरना रखा गया, जिस दे विच बलजिंदर सिंह परवाना जी पहुंचे ने, गल करदे ने। जिवें कि हुण 1.5 महीना हो गया किसानां नूं लड़ाई लड़दे, की मनदे हो ये लड़ाई हुण बिल्लां तक रह गई या अगे वध गई है? ਜਿਹੜੀ ਇਹ ਲੜਾਈ ਹੈ ਜੀ ਹੁਣ ਬਿੱਲਾਂ ਤੱਕ ਨਹੀਂ ਰਹਿ ਗਈ। ਇਹ ਜਿਹੜੀ ਲੜਾਈ ਕਿਸਾਨੀ ਸੰਘਰਸ਼ੋਂ ਸ਼ੁਰੂ ਹੋਈ ਹੈ, ਇਹ ਹੁਣ ਆਪਣੀ ਹੋਂਦ ਤੱਕ ਚਲੀ ਗਈ ਆ। ਕਿਉਂਕਿ ਜਿਹੜੇ ਵੀ ਬਿੱਲ ਜਾਂ ਜਿਹੜੇ ਵੀ ਕਾਨੂੰਨ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਜਾ ਰਹੇ ਨੇ, ਉਹ ਸਿੱਧਾ ਪੰਜਾਬ ਤੇ ਪੰਜਾਬੀਅਤ ਨੂੰ ਖਤਮ ਕਰਨ ਵਾਲੇ ਕੀਤੇ ਜਾ ਰਹੇ ਨੇ। ਸੋ ਇਸ ਕਰਕੇ ਹੁਣ ਮਸਲਾ ਕੱਲਾ ਜ਼ਮੀਨਾਂ ਦਾ ਨਹੀਂ ਰਹਿ ਗਿਆ, ਇਹ ਸਾਡੀ ਹੋਂਦ ਉੱਪਰ ਵੀ ਆ ਗਿਆ। ਜੇ ਸਾਡੀ ਹੋਂਦ ਹੀ ਨਾ ਰਹੀ ਤੇ ਅਸੀਂ ਜ਼ਮੀਨਾਂ ਨੂੰ ਰੱਖ ਕੇ ਵੀ ਕੀ ਕਰਾਂਗੇ। जिमें लगातार केंद्र सरकार कह रही सी पहला पटड़ियां खाली कर दो, पटड़ियां खाली कीतियां, स्टेशनों ते आ गए, हुण स्टेशन खाली करवाते बाहर पार्कां दे आ गए। हाले भी केंद्र सरकार ट्रेनां चलाउण नूं तैयार नहीं है, कहंदे जिहड़े हैगे धरने बाहर लेके जाओ। की लगदा किसानां दा जिहड़ा हैगा सबर परखिया जा रहा? देखो जी, बिल्कुल किसानां दा सबर भी परखिया जा रहा है ते किसानां नूं जलील भी किया जा रहा है बहुत ज़्यादा। पर मैं अपने किसान वीर भरावां नूं एक गल कहनी चाहांगा भी ये जिहड़ा सरकार जलील कर रही है ना तुहानूं, इस जलालत नूं अपना हथियार बनाओ ते तगड़े होवो ते इस संघर्ष नूं होर तगड़े हो के लड़ो। ਤੇ ਦੂਜੀ ਗੱਲ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਸਬਰ ਪਰਖਣ ਦੀ, ਤੇ ਮੈਨੂੰ ਲੱਗਦਾ ਹੁਣ ਇਹ ਪਰਖਣ ਤੋਂ ਗੱਲ ਬਹੁਤ ਅੱਗੇ ਲੰਘੀ ਆ। ਕਿਉਂਕਿ ਹੁਣ ਪੰਜਾਬ ਦਾ ਹਰ ਇੱਕ ਨੌਜਵਾਨ, ਪੰਜਾਬ ਦਾ ਬੱਚਾ ਅੱਜ ਅਸੀਂ ਜਿਸ ਮੋਰਚੇ ਤੇ ਪਹੁੰਚੇ ਆ, ਇਹ ਮੋਰਚਾ ਵੀ ਇੱਕ ਪੰਜਾਬ ਦੇ ਸ਼ਹਿਰੀ ਵਰਗ ਨੂੰ ਇੱਕ ਮਤਲਬ ਆਵਾਜ਼ ਉਹਨਾਂ ਤੱਕ ਲੈ ਕੇ ਜਾਣ ਦਾ, ਵੀ ਉਹਨੂੰ ਖੜਾ ਕੀਤਾ ਜਾਵੇ ਕਿ ਉਹ ਪੰਜਾਬ ਦੇ ਕਿਸਾਨਾਂ ਦੇ ਨਾਲ ਆ ਕੇ ਸ਼ਹਿਰ ਦੇ ਲੋਕ ਵੀ ਜਿਹੜੇ ਨੇ ਖੜੇ ਹੋਣ। ਸੋ ਹੁਣ ਤਾਂ ਘਰ ਜਿਹੜੀ ਇਹ ਲਹਿਰ ਜਿਹੜੀ ਆ ਬਣਦੀ ਜਾ ਰਹੀ ਹੈ। ਇਹ ਜਿਹੜੇ ਬਿੱਲ ਹੁਣ ਲਾਗੂ ਕੀਤੇ ਗਏ, ਇਹਨਾਂ ਦਾ ਖਰੜਾ ਤਿਆਰ ਹੋਏ ਨੂੰ 1.5-2 ਸਾਲ ਹੋ ਚੱਲੇ ਆ। ਕੀ ਮੰਨਦੇ ਹੋ ਉਦੋਂ ਜਿਹੜਾ ਪਹਿਲਾਂ ਕਿਉਂ ਨਹੀਂ ਦੱਸਿਆ ਗਿਆ ਪੰਜਾਬੀਆਂ ਨੂੰ ਜਾਂ ਕਿਸਾਨਾਂ ਨੂੰ? ਕੌਣ ਜ਼ਿੰਮੇਵਾਰ ਹੈ ਜਿਹੜਾ ਲੁਕੋ ਕੇ ਰੱਖਿਆ ਗਿਆ ਸਾਰਾ? ਇਹਦੇ ਜ਼ਿੰਮੇਵਾਰ ਜਿਹੜੇ ਸਾਡੇ ਚੁਣ ਕੇ ਨੁਮਾਇੰਦੇ ਜਿਹੜੀ ਅਸੀਂ ਪਾਰਲੀਮੈਂਟ ਦੇ ਵਿੱਚ ਭੇਜਦੇ ਹਾਂ, ਭਾਵੇਂ ਐਮਐਲਏ ਦਾ ਰੂਪ ਹੈ, ਭਾਵੇਂ ਐਮਪੀ ਦਾ ਰੂਪ ਹੈ, ਇਹ ਸਭ ਤੋਂ ਵੱਡੀ ਗਲਤੀ ਉਹਨਾਂ ਦੀ ਹੈ। ਅਸੀਂ ਉਹਨਾਂ ਨੂੰ ਚੁਣਦੇ ਇਸ ਕਰਕੇ ਆ ਵੀ ਸਾਨੂੰ ਸੜਕਾਂ ਤੇ ਨਾ ਆ ਕੇ ਬੈਠਣਾ ਪਵੇ, ਸਾਡੀ ਆਵਾਜ਼ ਜਿਹੜੀ ਆ ਉਹ ਤੁਸੀਂ ਪਾਰਲੀਮੈਂਟ ਤੱਕ ਪਹੁੰਚਾਓ। ਸੋ ਇਹਦੇ ਵਿੱਚ ਸਿੱਧਾ ਰੋਲ ਜਿਹੜਾ ਅਸੀਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਵੀ ਵੱਡਾ ਇਹਦੇ ਵਿੱਚ ਗੁਨਾਹਗਾਰ ਮੰਨਦੇ ਆ, ਕਿਉਂਕਿ ਉਹਨਾਂ ਨੇ ਤੇ ਬਹੁਤ ਸੋਲੇ ਗਾਏ, ਬੜੀਆਂ ਵਡਿਆਈਆਂ ਕੀਤੀਆਂ। ਜਦੋਂ ਕਿਸਾਨਾਂ ਨੇ ਲਿਆ ਕੇ ਡੰਡਾ ਧੌਣ ਤੇ ਧਰਿਆ ਤੇ ਉਦੋਂ ਫਿਰ ਉਹਨਾਂ ਨੇ ਯੂ ਟਰਨ ਜਿਹੜਾ ਮਾਰਿਆ। ਸੋ ਇਸ ਕਰਕੇ ਇਹ ਗਲਤੀ ਸਾਡੀ ਵੀ ਆ। ਮੈਂ ਅਕਸਰ ਕਹਿੰਦਾ, ਅਸੀਂ ਕਹਿੰਦੇ ਆ ਸਰਕਾਰਾਂ ਮਾੜੀਆਂ ਨਹੀਂ, ਸਰਕਾਰਾਂ ਨਹੀਂ ਮਾੜੀਆਂ, ਅਸੀਂ ਮਾੜੇ ਆ, ਕਿਉਂਕਿ ਅਸੀਂ ਤਾਂ ਸਰਕਾਰਾਂ ਨੂੰ ਚੁਣਦੇ ਆ। ਤੇ ਜੇ ਸਰਕਾਰ ਮਾੜੀ ਚੁਣਦੇ ਆ ਤੇ ਉਹਦੇ 'ਚ ਦੋਸ਼ ਸਭ ਤੋਂ ਵੱਡਾ ਜਿਹੜਾ ਉਹ ਸਾਡਾ ਹੈ।
ਤੁਹਾਡਾ ਕਹਿਣ ਦਾ ਭਾਵ ਅਸੀਂ ਮਾੜੇ ਆ, ਸਰਕਾਰਾਂ ਨਹੀਂ ਮਾੜੇ ਕਿਉਂਕਿ ਅਸੀਂ ਚੁਣਦੇ ਆ। ਅੱਜ ਵੱਡੀਆਂ ਗੱਲਾਂ ਕੀਤੀਆਂ ਜਾ ਰਹੀਆਂ ਧਰਨਿਆਂ ਦੇ ਉੱਤੇ, ਪਰ ਜਦੋਂ ਇਲੈਕਸ਼ਨ ਆਉਂਦਾ ਹੈ ਦਾਰੂ ਦੀਆਂ ਬੋਤਲਾਂ ਤੇ ਜਾਂ ਹੋਰ ਚੀਜ਼ਾਂ ਤੇ ਜਿਹੜੇ ਲੋਕ ਵਿਕ ਜਾਂਦੇ ਆ, ਵੋਟਾਂ ਵੇਚ ਦਿੱਤੀਆਂ ਜਾਂਦੀਆਂ ਤੇ ਬਾਅਦ ਦੇ ਵਿੱਚ ਫਿਰ ਲੀਡਰਾਂ ਨੂੰ ਮਾੜੇ ਕਿਹਾ ਜਾਂਦਾ। ਕਿਉਂ ਇਹ ਜਿਹੜਾ ਹੈਗਾ ਹੁਣ ਤੱਕ ਕਲਚਰ ਚੱਲਦਾ ਰਿਹਾ ਕਿ ਅੱਗੇ ਖਤਮ ਹੋਵੇਗਾ ਕਿ? ਦੇਖੋ ਜੀ, ਤੁਹਾਡੀ ਗੱਲ ਬਿਲਕੁਲ ਵਾਜਬ ਹੈ ਵੀ ਜਦੋਂ ਸਾਡੇ ਇੱਕ ਪੰਜਾਬੀ ਦੀ ਵੀ ਜ਼ਮੀਰ ਜਿਹੜਾ, ਕਿਉਂਕਿ ਜਿਹੜੀ ਸਰੀਰਕ ਮੌਤ ਨਹੀਂ ਹੁੰਦੀ, ਸੰਤ ਪਿੰਡਰਾਲੇ ਮਹਾਂਪੁਰ ਕਿਹਾ ਕਰਦੇ ਵੀ ਜ਼ਮੀਰ ਦਾ ਮਰ ਜਾਣਾ ਜਿਹੜਾ ਮੌਤ ਹੈ। ਸੋ ਸਾਡੀ ਮੈਂ ਜਿਹੜੀ ਹੋਣ ਦੀ ਗੱਲ ਕਰ ਰਿਹਾ ਹਾਂ ਇਹੀ ਹੈ ਵੀ ਹੌਲੀ ਹੌਲੀ ਸਾਡੇ ਪੰਜਾਬ ਦੇ ਭਾਈਚਾਰੇ ਨੂੰ, ਪੰਜਾਬੀ ਨੂੰ ਖਾਸ ਕਰਕੇ ਇਹ ਰੂਪ ਦਿਖਾ ਦਿੱਤਾ ਗਿਆ ਵੀ ਪੰਜਾਬੀ ਜਿਹੜਾ ਉਹਦਾ ਰੂਪ ਹੀ ਸ਼ਰਾਬ ਹੈ। ਵੀ ਜੇ ਉਹਦੇ ਹੱਥ 'ਚ ਪੱਗ ਵਾਲੇ ਦੇ ਹੱਥ 'ਚ ਸ਼ਰਾਬ ਦੀ ਬੋਤਲ ਨਾ ਹੋਵੇ ਤੇ ਉਹ ਪੰਜਾਬੀ ਨਹੀਂ ਹੈ। ਸੋ ਇਸੇ ਤਰ੍ਹਾਂ ਕਰਕੇ ਸਾਡੀ ਹੋਂਦ ਨੂੰ ਖਤਮ ਕੀਤਾ ਜਾ ਰਿਹਾ ਤੇ ਪੰਜਾਬ ਜਿਹੜਾ ਗੁਰੂਆਂ ਦੇ ਨਾਂ ਤੇ ਵਸਦਾ ਸੀ, ਗੁਰੂਆਂ ਦੀ ਧਰਤੀ ਹੈ, ਉਹਨੂੰ ਨਸ਼ੇ ਦੇ ਵਿੱਚ ਗਲਤਾਨ ਕੀਤਾ ਜਾ ਰਿਹਾ ਤੇ ਨਸ਼ਾ ਜਿੱਥੇ ਲੋਕ ਕਰਨ ਲੱਗ ਜਾਂਦੇ ਨੇ ਉਹਦੇ ਜ਼ਮੀਰਾਂ ਜਿਹੜੀਆਂ ਨੇ ਉਹ ਮਰਨੀਆਂ ਸ਼ੁਰੂ ਹੋ ਜਾਂਦੀਆਂ ਨੇ। ਸੋ ਅੱਜ ਇਹੀ ਕਾਰਨ ਹੈ ਵੀ ਸਾਡੇ ਲੋਕ ਵੋਟ ਤੇ ਸ਼ਰਾਬ ਦੇ ਉੱਪਰ, ਨੋਟ ਉੱਪਰ ਜਿਹੜਾ ਉਹ ਵਿਕ ਜਾਂਦੇ ਨੇ, ਕਿਉਂਕਿ ਨਸ਼ੇ ਨੇ, ਲੀਡਰਾਂ ਨੇ ਇਹਨਾਂ ਦੀ ਜ਼ਮੀਰ ਜਿਹੜੀ ਉਹ ਮਾਰ ਦਿੱਤੀ ਹੈ। ਅਗਰ ਗੁਰੂ ਸਾਹਿਬ ਤੋਂ ਇਤਿਹਾਸ ਦੇਖ ਲਈਏ ਤਾਂ ਸ਼ੁਰੂ ਤੋਂ ਦਿੱਲੀ ਜਿਹੜੀ ਹੈਗੀ ਹੈ ਪੰਜਾਬ ਦੇ ਨਾਲ ਧੱਕਾ ਕਰਦੀ ਆ ਰਹੀ ਹੈ। ਗੁਰੂ ਤੇਗ ਬਹਾਦਰ ਜੀ ਉਹਨਾਂ ਨੂੰ ਸ਼ੀਸ਼ ਦੇਣਾ ਪਿਆ। ਅੱਜ ਤੱਕ ਜਿਹੜਾ ਧੱਕਾ ਹੁੰਦਾ ਆ ਰਿਹਾ, ਪਹਿਲਾਂ ਜਿਹੜੇ ਹੈਗੇ ਆ ਹਰੀ ਸਿੰਘ ਨਲੂਆ ਹੋ ਗਿਆ, ਮਹਾਰਾਜਾ ਰਣਜੀਤ ਸਿੰਘ ਵਰਗੇ ਯੋਧੇ ਹੋਏ ਆ। ਅੱਜ ਪੰਜਾਬ ਦੇ ਨੌਜਵਾਨਾਂ ਨੂੰ ਇਹਨਾਂ ਨੇ ਨਸ਼ਿਆਂ ਦੇ ਵਿੱਚ ਗੁਲਤਾਨ ਕਰ ਦਿੱਤਾ। ਕਿ ਲੱਗਦਾ ਹੈ ਜੇ ਸਿੱਧੀ ਟੱਕਰ ਹੁੰਦੀ ਆ ਕਿ ਉਹ ਯੋਧੇ ਮੁੜ ਕੇ ਆਉਣਗੇ, ਪੈਦਾ ਹੋਣਗੇ? ਦੇਖੋ ਜੀ, ਇਹ ਗਿਣੀ ਮਿੱਤੀ ਸਾਜ਼ਿਸ਼ ਸੀਗੀ, ਕਿਉਂਕਿ ਨਾ ਅਸੀਂ ਟੈਂਕਾਂ ਨਾਲ ਮਰੇ, ਨਾ ਤੋਪਾਂ ਨਾਲ ਮਰੇ, ਬੜੇ ਤਰੀਕੇ ਕਰਕੇ ਵਰਤਲੇ। 47 ਵਿੱਚ, 84 ਵਿੱਚ ਲੱਖਾਂ ਦੀ ਗਿਣਤੀ ਘੱਲੂ ਕਰਕੇ ਵੇਖ ਲਏ, ਅਸੀਂ ਨਹੀਂ ਮਰੇ। ਸੋ ਇਸ ਕਰਕੇ ਉਹਨਾਂ ਨੇ ਕਿਹਾ ਵੀ ਇਹਨਾਂ ਨੂੰ ਜੇ ਉਸ ਤਰੀਕੇ ਨਾਲ ਮਾਰਾਂਗੇ ਤਾਂ ਲੜਨ ਨੂੰ ਅੱਗੇ ਆਉਂਦੇ ਨੇ। ਪਰ ਹੁਣ ਜਿਹੜਾ ਸਟੈਪ ਸਰਕਾਰ ਨੇ ਚੁੱਕਿਆ, ਉੱਥੋਂ ਇਹ ਗੱਲ ਕਲੀਅਰ ਹੋ ਚੁੱਕੀ ਹੈ ਵੀ ਪੰਜਾਬ ਦਾ ਨੌਜਵਾਨ ਅਜੇ ਵੀ ਜਿਉਂਦਾ ਹੈ, ਪੰਜਾਬ ਦੀ ਜਵਾਨੀ ਜਿਹੜੀ ਅਜੇ ਵੀ ਜਿਉਂਦੀ ਹੈ। ਕਿਸ ਹੱਦ ਤੱਕ ਵੀ ਇਸ ਜਵਾਨੀ ਨੂੰ ਜਾਣਾ ਪਿਆ ਤੇ ਆਪਣੇ ਕਿਸਾਨ ਨੂੰ, ਕਿਸਾਨੀ ਨੂੰ, ਕਿਉਂਕਿ ਜੇ ਕਿਸਾਨ ਮਰ ਗਿਆ ਤੇ ਸਮਝ ਲਓ ਇਨਸਾਨੀਅਤ ਬਿਲਕੁਲ ਹੀ ਮਰ ਗਈ। ਤੇ ਜੇ ਅੱਜ ਇਨਸਾਨੀਅਤ ਨੂੰ ਬਚਾਉਣਾ ਤੇ ਜਿਹੜਾ ਵੀ ਤਰੀਕਾ ਆਉਣ ਵਾਲੇ ਸਮੇਂ ਵਿੱਚ ਸਾਨੂੰ ਵਰਤਣਾ ਪਿਆ ਤੇ ਉਹ ਸਾਨੂੰ ਵਰਤਣ ਤੋਂ ਘਬਰਾਉਣਾ ਨਹੀਂ ਚਾਹੀਦਾ। ਕਰੀਬ ਸਵਾ ਮਹੀਨਾ, ਡੇਢ ਮਹੀਨਾ ਹੋ ਗਿਆ ਕਿਸਾਨਾਂ ਨੂੰ ਸੰਘਰਸ਼ ਲੜਦੇ। ਤੁਸੀਂ ਵੀ ਲਗਾਤਾਰ ਸ਼ਾਮਲ ਹੋ ਧਰਨਿਆਂ ਦੇ ਵਿੱਚ। ਕੀ ਲੱਗਦਾ ਹੁਣ ਤੱਕ ਦੇ ਧਰਨਿਆਂ ਦੇ ਵਿੱਚ ਕੀ ਖੱਟਿਆ ਕਿਸਾਨਾਂ ਨੇ? ਜੀ, ਹੁਣ ਤੱਕ ਦੇ ਧਰਨੇ ਵਿੱਚ ਜੋ ਸਭ ਤੋਂ ਵੱਡੀ ਗੱਲ, ਅਸੀਂ ਇਹ ਨਹੀਂ ਕਹਿੰਦੇ ਵੀ ਮੋਦੀ ਕਾਨੂੰਨ ਹੁਣੇ ਬਦਲ ਦੇਗਾ ਜਾਂ ਮੋਦੀ ਨਵਾਂ ਕਾਨੂੰਨ ਲੈ ਕੇ ਆ ਜਾਏਗਾ, ਨਹੀਂ, ਅਸੀਂ ਇਹ ਗੱਲ ਨਹੀਂ ਕਹਿੰਦੇ। ਪਰ ਜੋ ਸਭ ਤੋਂ ਵੱਧ ਖੱਟਿਆ ਉਹ ਇਹ ਖੱਟਿਆ ਵੀ ਇਹਨਾਂ ਮੋਰਚਿਆਂ ਵਿੱਚ ਗੱਦਾਰਾਂ ਦੇ ਚਿਹਰੇ ਸਾਹਮਣੇ ਆ ਗਏ ਨੇ, ਨੰਗੇ ਹੋ ਗਏ ਨੇ ਵੀ ਗੱਦਾਰ ਕਿਹੜੇ ਨੇ। ਤੇ ਦੂਜੀ ਵੱਡੀ ਗੱਲ ਵੀ ਪੰਜਾਬ ਦਾ ਹਰ ਇੱਕ ਵਰਗ, ਹਰ ਇੱਕ ਭਾਈਚਾਰਾ ਜਿਹਨੂੰ ਆਪਾਂ ਕਦੇ ਵੰਡਿਆ ਹੋਇਆ ਵੇਖਦੇ ਸੀ, ਭਾਵੇਂ ਧਰਮਾਂ ਦੇ ਨਾਂ ਤੇ, ਭਾਵੇਂ ਜਾਤਾਂ ਦੇ ਨਾਂ ਤੇ, ਭਾਵੇਂ ਰੂਪ ਰੰਗ ਦੇ ਨਾਂ ਤੇ ਉਹ ਸਾਰੇ ਜਿਹੜੇ ਨੇ ਇੱਕੋ ਮੰਚ ਤੇ ਇਕੱਠੇ ਹੋ ਗਏ ਨੇ। ਇਹ ਸਭ ਤੋਂ ਵੱਡੀ ਹੁਣ ਤੱਕ ਦੀ ਨਾ ਮੋਰਚਿਆਂ ਦੀ ਪ੍ਰਾਪਤੀ ਹੈ, ਸਾਡੇ ਪੰਜਾਬ ਦਾ ਇਕੱਠਾ ਹੋਣਾ। 26-27 ਦੀ ਕਿਸਾਨਾਂ ਵੱਲੋਂ ਤਿਆਰੀ ਕੀਤੀ ਗਈ ਹੈ ਦਿੱਲੀ ਜਾਣ ਦੀ। ਕੀ ਲੱਗਦਾ ਜਿਹੜਾ ਹੈਗਾ ਕਿ ਕਿਸਾਨ ਕਾਮਯਾਬ ਹੋਣਗੇ ਜਾਂ ਕੇਂਦਰ ਸਰਕਾਰ ਦੇ ਕੋਲ ਜਿਹੜੀਆਂ ਤਾਕਤਾਂ ਹੈ, ਭਾਵੇਂ ਪੁਲਿਸ ਹੈਗੀ ਹੈ, ਭਾਵੇਂ ਮਿਲਟਰੀ ਆ, ਉਹਨਾਂ ਦੇ ਜ਼ਰੀਏ ਕਿਸਾਨਾਂ ਨੂੰ ਰੋਕ ਲੈਣਗੇ? ਦੇਖੋ ਜੀ, ਕਾਮਯਾਬ ਹੋਣਗੇ ਜਾਂ ਨਾ ਹੋਣਗੇ ਉਹ ਬਾਅਦ ਦੀ ਗੱਲ ਹੈ। ਕਰ ਬੁਲੰਦ ਆਪਣੀ ਬੁਲੰਦੀਆਂ ਕੋ ਬੁਲੰਦ ਇਤਨਾ, खुदा तुमसे आके कहे बता तेरी रज़ा क्या है, हिम्मते मर्दाद मदद खुदा। जे आप यही सोच के बह गए भी उत्थे पुलिस धक्के मारेगी ਜਾਂ ਆਰਮੀ ਗੋਲੀਆਂ ਚਲਾ ਦੇਗੀ, ਫਿਰ ਅਸੀਂ ਸੰਘਰਸ਼ ਲੜ ਹੀ ਨਹੀਂ ਸਕਦੇ। ਸੋ ਸਾਡਾ ਕਰਮ ਹੈ ਸੰਘਰਸ਼ ਲੜਨਾ, ਅੱਗੇ ਜੋ ਹੋਏਗਾ ਅਕਾਲ ਪੁਰਖ ਵਾਹਿਗੁਰੂ ਪਾਤਸ਼ਾਹ ਜਾਣਦੇ ਨੇ। ਕੀ ਮੰਨਦੇ ਹੋ ਏਜੰਡਾ ਕੀ ਆ ਕੇਂਦਰ ਸਰਕਾਰ ਦਾ? ਲਗਾਤਾਰ ਜਿਹੜੇ ਹੈਗਾ ਕਿਸਾਨਾਂ ਦੇ ਉੱਤੇ ਦਬਾਅ ਬਣਾਇਆ ਜਾ ਰਿਹਾ, ਕਿ ਏਜੰਡਾ ਕੀ ਆ ਇਹ ਸਾਰੇ ਕਾਨੂੰਨ ਲਾਗੂ ਕਰਨ ਪਿੱਛੇ? ਦੇਖੋ ਜੀ, ਏਜੰਡਾ ਤੇ ਸਿੱਧਾ ਪੱਧਰਾ ਹੀ ਹੈ ਮੋਦੀ ਵੱਲੋਂ, ਗੁਜਰਾਤ ਦੇ ਧਨਾੜ ਵਪਾਰੀਆਂ ਨੂੰ ਹੋਰ ਧਨਾੜ ਕਰਨਾ ਤੇ ਜਿਹੜੀਆਂ ਜ਼ਮੀਨਾਂ ਦੇ ਉੱਪਰ ਸਿੱਧੇ ਰੂਪ ਦੇ ਵਿੱਚ ਜਿਹੜਾ ਉਹਨਾਂ ਦਾ ਕਬਜ਼ਾ ਕਰਵਾ ਦੇਣਾ। ਜਿਹੜਾ ਕਾਨੂੰਨ ਅੱਜ ਮੋਦੀ ਨੇ ਬਣਾਇਆ, ਇਹ 1970 ਵਿੱਚ ਇਸ ਕਾਨੂੰਨ ਨੂੰ ਮਤਲਬ ਰੋਕਿਆ, ਕਾਨੂੰਨ ਲਾ ਕੇ ਰੋਕਿਆ ਗਿਆ ਸੀ ਵੀ ਕੋਈ ਵੀ ਵਪਾਰੀ ਕਿਸੇ ਵੀ ਤਰ੍ਹਾਂ ਕਿਸੇ ਵੀ ਜਮ੍ਹਾਂਬੰਦੀ ਨਹੀਂ ਕਰ ਸਕਦਾ। ਤੇ ਹੁਣ ਤਾਂ ਇਹ ਕਾਨੂੰਨ ਬਣਾ ਦਿੱਤਾ ਗਿਆ ਵੀ ਵਪਾਰੀ ਜੋ ਮਰਜ਼ੀ ਕਰ ਦਿੱਤਾ ਹੈ। ਸੋ ਸਿੱਧੇ ਰੂਪ ਦੇ ਵਿੱਚ, ਕਿਉਂਕਿ ਜਦੋਂ ਮੋਦੀ ਬਣਿਆ, ਮੋਦੀ ਨੂੰ ਅਡਾਨੀਆਂ ਤੇ ਅੰਬਾਨੀਆਂ ਨੇ ਸਿੱਧੇ ਪੱਧਰ ਦੇ ਰੂਪ ਦੇ ਵਿੱਚ ਆ ਕੇ ਮੋਦੀ ਨੂੰ ਸਪੋਰਟ ਕੀਤੀ ਸੀ ਫਾਈਨੈਂਸ਼ੀਅਲੀ। ਸੋ ਮੋਦੀ ਜਿਹੜਾ ਉਹਨਾਂ ਦਾ ਹਸਾਨ ਲਾ ਰਿਹਾ ਤੇ ਉਹਨਾਂ ਨੂੰ ਤਗੜੇ ਕਰ ਰਿਹਾ। ਤੇ ਬਾਕੀ ਤੁਹਾਡੇ ਸਾਹਮਣੇ ਹੀ ਆ ਵੀ ਦਿਨਾਂ ਦੇ ਵਿੱਚ ਤੁਸੀਂ ਵੇਖ ਲਓ ਵੀ ਜਦੋਂ ਲੋਕਡਾਊਨ ਹੋਇਆ, ਲੋਕਡਾਊਨ ਤੋਂ ਪਹਿਲਾਂ ਰਿਲਾਇੰਸ ਦਾ ਸ਼ੇਅਰ ਜਿਹੜਾ ਸੀ ਉਹ ਕੀ ਰੇਟ ਸੀ ਤੇ ਅੱਜ ਰਿਲਾਇੰਸ ਦਾ ਸ਼ੇਅਰ ਕਿੱਥੇ ਜਾ ਚੁੱਕਿਆ ਹੈ।
ਸੋ ਸਿੱਧੀ ਗੱਲਬਾਤ ਹੈ ਵੀ ਮੋਦੀ ਆਪਣੇ ਖਾਸਮ ਖਾਸਾਂ ਨੂੰ ਫਾਇਦਾ ਪਹੁੰਚਾਉਣਾ ਚਾਹੁੰਦਾ ਹੈ। ਉਹਨੂੰ ਪੰਜਾਬ ਨਾਲ, ਉਹਨੂੰ ਛੱਡੋ ਜੀ ਭਾਰਤ ਨਾਲ, ਉਹਨੂੰ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ। ਧੰਨਵਾਦ। ਨਰਿੰਦਰ ਮੋਦੀ ਪੂਰੇ ਜਿਹੜਾ ਦੇਸ਼ ਦਾ ਪ੍ਰਧਾਨ ਮੰਤਰੀ ਆ, ਪੰਜਾਬ ਨੇ ਵੀ ਵੋਟਾਂ ਪਾਈਆਂ, ਕਿਸਾਨਾਂ ਦੇ ਨਾਲ ਲੜਾਈ ਆ ਬਿੱਲਾਂ ਨੂੰ ਲੈ ਕੇ, ਪਰੰਤੂ ਜਿਹੜੀਆਂ ਪੰਜਾਬ ਨੂੰ ਆਉਣ ਵਾਲੀਆਂ ਜ਼ਰੂਰੀ ਸਮਾਨ ਦੀਆਂ ਟ੍ਰੇਨਾਂ ਰੋਕੀਆਂ, ਕੀ ਮੰਨਦੇ ਹੋ ਕਿੰਨਾ ਕੁ ਜਾਇਜ਼ ਹੈ, ਕਿੰਨਾ ਜਿਹੜਾ ਹੈਗਾ ਵਿਤਕਰਾ ਕੀਤਾ ਜਾ ਰਿਹਾ ਪੰਜਾਬ? ਦੇਖੋ ਜੀ ਗੱਲ ਇੱਦਾਂ ਹੈ ਵੀ ਜਾਇਜ਼ ਜਾਂ ਨਜਾਇਜ਼ ਉਹ ਤਾਂ ਹੁਣ ਸੈਂਟਰ ਜੇ ਸਾਡੇ ਕਾਨੂੰਨ ਸਾਡੇ ਤੇ ਧੱਕੇ ਨਾਲ ਸੌਂਪਤੇ, ਇਸ ਤੋਂ ਵੱਡਾ ਸਾਡੇ ਵਾਸਤੇ ਉਹ ਨਜਾਇਜ਼ ਕੀ ਹੋਏਗਾ। ਤੇ ਟ੍ਰੇਨਾਂ ਰੋਕਦੇ ਨੇ ਕਿ ਕੀ ਹੋ ਜਾਏਗਾ। ਮੈਂ ਤੇ ਪੰਜਾਬ ਤੇ ਪੰਜਾਬੀ ਨੂੰ ਇੱਕ ਗੱਲ ਕਹਿਣੀ ਚਾਹੁੰਦਾ ਸਿੱਧੇ ਰੂਪ ਦੇ ਵਿੱਚ, ਜੇ ਅੱਜ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਵੀ ਇੱਕੋ ਪੱਧਰ ਦੇ ਇਕੱਠੀਆਂ ਹੋ ਜਾਣ, ਮੋਦੀ ਟ੍ਰੇਨਾਂ ਰੋਕ ਰਿਹਾ, ਤੁਸੀਂ ਪਾਣੀ ਰੋਕ ਦਿਓ। ਜਿੱਦਣ 2 ਦਿਨ ਪਾਣੀ ਰੁਕ ਗਿਆ ਤੇ ਦਿੱਲੀ ਨਾਰ ਹੁੰਦੀ ਇੱਥੇ ਆਈ ਤੇ ਤਾਂ ਕਹਿ ਦਿਓ। ਇਸ ਕਰਕੇ ਸਾਨੂੰ ਵੀ ਵੱਖਰੇ ਪਲਾਨਾਂ ਤੇ ਵੱਖਰੇ ਵਿਸ਼ਿਆਂ ਤੇ ਸਾਨੂੰ ਕੰਮ ਕਰਨਾ ਪੈਣਾ। ਇਕੱਲੇ ਧਰਦੇ ਲਾ ਕੇ ਜਾਂ ਮੋਰਚੇ ਜਿੱਥੇ ਤੇ ਲੱਗਦੇ ਰਹਿਣ, ਪਰ ਸਾਨੂੰ ਨਾਲ ਏਜੰਡੇ ਹੋਰ ਵੀ ਤਿਆਰ ਕਰਨੇ ਪੈਣਗੇ। ਇਹਨਾਂ ਬਿੱਲਾਂ ਨੂੰ ਲੈ ਕੇ ਕਿਸਾਨਾਂ ਤੋਂ ਇਲਾਵਾ ਪੰਜਾਬੀ ਨੌਜਵਾਨ ਜਾਂ ਪੰਜਾਬੀ ਕਿੰਨੇ ਕੁ ਜਾਗਰੂਕ ਹੋਏ ਆ ਖੇਤੀ ਬਿੱਲਾਂ ਨੂੰ ਲੈ ਕੇ? ਕੀ ਮੰਨਦੇ ਆ ਕਿ ਵਾਕਈ ਨੁਕਸਾਨ ਹੋਣ ਵਾਲਾ? ਜੀ ਬਿਲਕੁਲ, ਜਿਹੜੇ ਨੇ ਇਹਦੇ ਵਿੱਚ ਸਾਡੇ ਨੌਜਵਾਨ ਪੀੜ੍ਹੀ ਬੜੀ ਜਾਗਰੂਕ ਹੋਈ ਆ। ਸਾਡੇ ਕਿਸਾਨ ਭਰਾ ਜਿਹੜੇ ਨੇ ਬੜੇ, ਕਿਉਂਕਿ ਸਿੱਧੀ ਪੱਧਰੀ ਗੱਲ ਹੈ ਜੀ, ਜਦੋਂ ਅਸੀਂ ਆਪਣੀਆਂ ਜ਼ਮੀਨਾਂ ਕਿਸੇ ਹੋਰਾਂ ਦੇ ਹੱਥਾਂ ਦੇ ਦਿੱਤੀਆਂ, ਪ੍ਰਬੰਧ ਹੋਰਾਂ ਦੇ ਹੱਥਾਂ ਦੇ ਦਿੱਤਾ, ਤੇ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਨਾ ਸਿੱਧੀ ਪੱਧਰੀ ਗੱਲ ਤੁਹਾਨੂੰ ਠੇਠ ਪੰਜਾਬੀ ਦੱਸਾਂ ਵੀ ਅਸੀਂ ਜਿਹੜੇ ਪੰਜਾਬੀਆਂ ਬੰਨੇ ਪਿੱਛੇ ਲੜ ਪੈਂਦੇ ਆ ਵੀ ਅਸੀਂ ਕਿਸੇ ਨੇ ਵੱਟ ਵਾਹਤੀ ਤੇ ਸਾਡੀ ਲੜਾਈ ਹੋ ਗਈ। ਅਸੀਂ ਵੱਟ ਪਿੱਛੇ ਲੜ ਪੈਂਦੇ ਆ। ਤੇ ਜਿਸ ਵੇਲੇ ਸਾਡਾ ਕਿਸਾਨ ਭਾਈਚਾਰਾ ਜਦੋਂ ਹਜ਼ਾਰਾਂ ਦੇ ਟੱਕਾਂ ਦੀਆਂ ਜ਼ਮੀਨਾਂ ਇਕੱਠੀਆਂ ਕਰ ਲੀਆਂ ਤੇ ਉਹਨਾਂ ਨੂੰ ਇੱਕੋ ਬਣਾ ਦਿੱਤਾ, ਤੇ ਜਦੋਂ 3 ਸਾਲ ਦਾ ਮੰਨ ਲਓ ਐਗਰੀਮੈਂਟ ਖਤਮ ਹੁੰਦਾ ਹੈ ਤੇ ਦੁਬਾਰਾ ਉਹਨਾਂ ਦੀ ਨਿਸ਼ਾਨਦੇਹੀ ਕਰਨੀ ਆ, ਤੇ ਉੱਥੇ ਖੂਨ ਦੀਆਂ ਨਦੀਆਂ ਵਹਿਣੀਆਂ ਨੇ, ਕਿਉਂਕਿ ਕਿਸੇ ਨੂੰ ਪਤਾ ਨਹੀਂ ਲੱਗਣਾ ਵੀ ਸਾਡੀ ਜ਼ਮੀਨ ਕਿਹੜੀ ਹੈ ਤੇ ਸਾਡੀ ਜ਼ਮੀਨ ਕਿਹੜੀ ਹੈ। ਜਦੋਂ ਖੇਤੀ ਬਿੱਲਾਂ ਨੂੰ ਲੈ ਕੇ ਕਿਸਾਨ ਵੀ ਸਾਰੇ ਧਰਨਿਆਂ ਦੇ ਉੱਤੇ ਆ, ਹੋਰ ਵੀ ਸਮਾਜ ਸੇਵੀ ਚਾਹੇ ਵਕੀਲ ਹੋਣ ਜਾਂ ਹੋਰ ਸਮਾਜ ਸੇਵੀ ਸੰਸਥਾਵਾਂ ਸਾਰੀਆਂ ਸੜਕਾਂ ਦੇ ਉੱਤੇ ਆ, ਕਹਿ ਰਹੀਆਂ ਕਿ ਕਿਸਾਨ ਵਿਰੋਧੀ ਆ, ਫਿਰ ਬੀਜੇਪੀ ਦੇ ਲੀਡਰ ਜਿਹੜੇ ਪੰਜਾਬ ਦੇ ਆ, ਸੈਂਟਰ ਦੇ ਆ, ਉਹ ਬਾਰ-ਬਾਰ ਕਿਉਂ ਕਹਿ ਰਹੇ ਵੀ ਇਹ ਭੜਕਾਇਆ ਜਾ ਰਿਹਾ ਕਿਸਾਨਾਂ ਨੂੰ, ਇਹ ਧਰਨਿਆਂ ਤੇ ਬੈਠੇ ਕਿਸਾਨ ਨਹੀਂ, ਇਹ ਅੱਤਵਾਦੀ ਆ, ਵੱਖਵਾਦੀ ਆ, ਕਿਉਂ ਕਿਹਾ ਜਾ ਰਿਹਾ? ਜਿਹੜੀ ਰੰਨ ਹੈ ਉਹ ਆਪਣੇ ਖਸਮ ਦੇ ਗੁਣ ਤਾਂ ਗਾਊਗੀ ਨਾ। ਸੋ ਬੀਜੇਪੀ ਦੇ ਲੀਡਰ ਜਿਹੜੇ ਨੇ, ਹੁਣ ਉਹ ਮੋਦੀ ਉਹਨਾਂ ਦਾ ਖਸਮ ਹੈ, ਉਹਦੇ ਗੁਣ ਤਾਂ ਉਹਨਾਂ ਨੇ ਗਾਣੇ ਹੀ ਗਾਣੇ ਨੇ ਵੀ ਮੋਦੀ ਜੋ ਕਹੇਗਾ ਉਹ ਸਹੀ ਕਹੇਗਾ, ਜੋ ਕਹੇਗਾ ਚੰਗਾ ਕਹੇਗਾ। ਸੋ ਉਹ ਤਾਂ ਆਪਣਾ ਕਰਮ ਜਿਹੜਾ ਕਰ ਰਹੇ ਨੇ। ਬਾਕੀ ਜੇ ਬੀਜੇਪੀ ਦੇ ਲੀਡਰ ਮਤਲਬ ਚੰਗੇ ਨੇ ਤੇ ਇਹ ਸਾਰੇ ਅਸੀਂ ਅਨਪੜ੍ਹ ਬੈਠੇ ਆ, ਜਾਂ ਇੱਥੇ ਇਹ ਪੜ੍ਹਿਆ ਲਿਖਿਆ ਵਰਗ ਜਿਹੜਾ ਬੈਠਾ ਸਟੇਜਾਂ ਤੇ ਬੋਲਦਾ ਪਿਆ, ਜਾਂ ਫਿਰ ਇਹ ਮੂਰਖ ਹੈ। ਪਰ ਕੋਈ ਗੱਲ ਨਹੀਂ, ਸਮਾਂ ਜਿਹੜਾ ਉਹ ਜ਼ਰੂਰ ਦੱਸਦਾ ਹੁੰਦਾ ਹੈ, ਕਿਉਂਕਿ ਸਮੇਂ ਨੇ ਜੇ ਮੱਥਾ ਲਾਉਣ ਵਾਲੇ ਪੈਦਾ ਹੋਏ ਨੇ ਤੇ ਸਮੇਂ ਤੇ ਮੱਥਾ ਭੰਨਣ ਵਾਲੇ ਵੀ ਜਿਹੜੇ ਨੇ ਉਹ ਪੈਦਾ ਹੁੰਦੇ ਆਏ ਨੇ। ਤੇ ਹੁਣ ਵੀ ਉਹਨਾਂ ਨੇ, ਜੇ ਮੋਦੀ ਨੇ ਬਾਬਰੀ ਮਸਜਿਦ ਜਿੱਤ ਲਈ, ਮੋਦੀ ਨੇ ਸ਼ਹੀਨ ਬਾਗ ਜਿੱਤਿਆ, ਮੋਦੀ ਨੇ ਲੱਦਾਖ ਜਿੱਤਿਆ, ਤੇ ਅੱਜ ਜੇ ਪੰਜਾਬ ਨੂੰ ਵੜਿਆ ਤੇ ਪੰਜਾਬ ਜਿੱਤਣ ਵਾਸਤੇ ਆਇਆ ਸੀ, ਪਰ ਪੰਜਾਬੀਆਂ ਨੇ ਉਹਦਾ ਮੱਥਾ ਭੰਨ ਦਿੱਤਾ। ਅੰਤ ਦੇ ਵਿੱਚ ਕੀ ਲੱਗਦਾ ਕਿ ਜਿਹੜਾ ਸੰਘਰਸ਼ ਸ਼ੁਰੂ ਕੀਤਾ ਗਿਆ, ਮੋਦੀ ਸਰਕਾਰ ਝੁਕੂਗੀ ਇਹਨਾਂ ਦੇ ਅੱਗੇ, ਕਿਸਾਨਾਂ ਦੇ ਅੱਗੇ? ਕਿੰਨੀ ਦੇਰ ਲੜਾਈ ਇਹ ਜਿਹੜੀ ਜਾਰੀ ਰਹੂਗੀ? ਦੇਖੋ ਜੀ, ਲੜਾਈ ਦਾ ਕੋਈ ਸਮਾਂ ਨਹੀਂ ਨਿਸ਼ਚਿਤ ਹੁੰਦਾ। ਲੜਾਈ ਤਾਂ ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਆਨੰਦਪੁਰ ਦੇ ਕਿਲੇ ਵਿੱਚ ਸੀ, ਕਿੰਨਾ ਸਮਾਂ ਘੇਰਾ ਪਿਆ ਰਿਹਾ। ਸੋ ਵੱਖ-ਵੱਖ ਵਿਉਂਤਾਂ ਜਿਹੜੀਆਂ ਬਣਾਈਆਂ ਜਾਂਦੀਆਂ ਨੇ। ਸੋ ਲੜਾਈ ਦਾ ਕੋਈ ਸਮਾਂ ਨਿਸ਼ਚਿਤ ਨਹੀਂ ਹੁੰਦਾ। ਸਾਡਾ ਕਰਮ ਹੈ ਲੜਦੇ ਰਹਿਣਾ, ਸਾਡਾ ਕਰਮ ਹੈ ਆਵਾਜ਼ ਨੂੰ ਬੁਲੰਦ ਕਰਨਾ, ਸਾਡਾ ਕਰਮ ਹੈ ਘਰ ਤੱਕ ਇਸ ਸੁਨੇਹੇ ਨੂੰ ਪਹੁੰਚਾਉਣਾ ਵੀ ਜੇ ਕਿਸਾਨ ਮਰ ਗਿਆ ਤੇ ਅਸੀਂ ਵੀ ਜਿਉਂਦੇ ਨਹੀਂ ਰਵਾਂਗੇ। ਆ ਕੱਪੜੇ ਪਾਏ ਨੇ, ਆ ਖਾਣਾ ਜਿਹੜਾ ਘਰ ਦੇ ਵਿੱਚ ਖਾਂਦੇ ਆ, ਇਹ ਸਾਡੇ ਤੱਕ ਵੀ ਪਹੁੰਚਣਾ ਨਹੀਂ। ਸੋ ਇਸ ਕਰਕੇ ਸਾਡਾ ਜੋ ਕਰਮ ਹੈ ਵੀ ਘਰ ਸੁਨੇਹਾ ਪਹੁੰਚਾਉਣਾ, ਅਸੀਂ ਕਰਦੇ ਰਵਾਂਗੇ। ਸੋ ਬਿਲਕੁਲ ਖੇਤੀ ਕਾਨੂੰਨਾਂ ਨੂੰ ਲੈ ਕੇ ਹੁਣ ਹਰ ਇੱਕ ਵਰਗ ਜਾਗਰੂਕ ਹੋ ਚੁੱਕਾ ਹੈ ਤੇ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਜਾ ਰਹੀ ਹੈ ਕਿ ਖੇਤੀ ਕਾਨੂੰਨਾਂ ਨੂੰ ਲੈ ਕੇ ਅੱਗੇ ਆਓ, ਤਾਂ ਕਿ ਜਿਹੜਾ ਹੈਗਾ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੇ ਉੱਤੇ ਇਹ ਮਾਰੂ ਬਿੱਲ ਲਾਗੂ ਕੀਤੇ ਗਏ ਨੇ, ਉਹਨਾਂ ਬਿੱਲਾਂ ਨੂੰ ਰੱਦ ਕਰਵਾਉਣ ਦੇ ਲਈ ਜੋ 26-27 ਨੂੰ ਦਿੱਲੀ ਦੇ ਵਿੱਚ ਹੱਲਾ ਬੋਲਣਾ ਹੈ, ਉਸ ਦੇ ਵਿੱਚ ਵੱਧ ਚੜ ਕੇ ਨੌਜਵਾਨ ਤੇ ਕਿਸਾਨ ਸ਼ਾਮਲ ਹੋਣ, ਤਾਂ ਕਿ ਇਹ ਹੱਕਾਂ ਦੀ ਲੜਾਈ ਜਿੱਤੀ ਜਾ ਸਕੇ। ਆਕਾਸ਼ ਮਾਹੀ ਦੇ ਨਾਲ ਫਗਵਾੜਾ ਤੋਂ ਸੱਜਣ ਸਿੰਘ ਸੈਣੀ, ਪੰਜਾਬੀ ਲੋਕ ਚੈਨਲ।